ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ 43 ਡਿਗਰੀ ਤੱਕ ਤਾਪਮਾਨ ਰਿਹਾ, ਯਾਨੀ ਕਿ ਗਰਮੀ ਨੇ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਵੱਟ ਕੱਢੀ ਰੱਖੇ ਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਅੱਜ ਵੀ ਪੰਜਾਬ ਦੇ ਵਿੱਚ ਚੋਖੀ ਗਰਮੀ ਪੈਣੀ ਆ ਤੇ ਭਲਕ ਨੂੰ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕਣੀਆਂ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਪਰ ਜਿਸ ਤਰੀਕੇ ਦੇ ਨਾਲ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਗਰਮੀ ਪਈ ਹੈ, ਜਨ ਜੀਵਨ ਖਾਸਾ ਪ੍ਰਭਾਵਿਤ ਹੋਇਆ। ਪਰ ਇਸ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ 43 ਤੋਂ ਲੈ ਕੇ 44 ਡਿਗਰੀ ਤੱਕ ਟੈਂਪਰੇਚਰ ਹਰ ਰੋਜ਼ ਹੋ ਰਿਹਾ, ਤਾਂ ਉਹਨਾਂ ਸਿਰੜੀ ਕਿਸਾਨਾਂ ਨੂੰ ਹਰ ਰੋਜ਼ ਦੀ ਤਰ੍ਹਾਂ ਫਿਰ ਸਲਾਮ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਦਾ ਕੰਮ ਆ ਜਿਹੜਾ ਉਹ ਸ਼ੁਰੂ ਹੋ ਜਾਣਾ। ਇਸ ਤੋਂ ਪਹਿਲਾਂ ਝੋਨੇ ਦੀ ਸਿੱਧੀ ਲਵਾਈ ਦਾ ਕੰਮ ਕਈ ਕਿਸਾਨਾਂ ਨੇ ਕੀਤਾ, ਪਰ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸੀ ਕਿ 10 ਜੂਨ ਤੋਂ ਪੰਜਾਬ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਝੋਨਾ ਲਾਇਆ ਜਾ ਸਕਦਾ, ਅੱਜ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਜਾਣਾ। ਤੇ ਬਿਜਲੀ ਮਹਿਕਮੇ ਨੇ ਇਹ ਗੱਲ ਕਹੀ ਆ ਕਿ 8 ਘੰਟੇ ਕਿਸਾਨਾਂ ਵਾਸਤੇ ਅਸੀਂ ਨਿਰਵਿਘਨ ਬਿਜਲੀ ਦੀ ਸਪਲਾਈ ਕਰਾਂਗੇ। ਬਾਕੀ ਇਹ ਕਿੰਨੀ ਕੁ ਕਰਨਗੇ, ਇਹ ਗੱਲ ਸਹੀ ਸਾਬਤ ਹੋ ਜਾਂ ਨਹੀਂ, ਇਹ ਵਕਤ ਬਿਆਨ ਕਰੂਗਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਆਪੇ ਬਣੇ ਸਵਾਮੀ ਨਿਤਿਆਨੰਦ ਦੀ ਗੱਲ ਕਰਨੀ ਬਣਦੀ ਹੈ, ਜਿਹਨੇ ਇੱਕ ਵੱਖਰਾ ਆਪਦਾ ਆਈਲੈਂਡ ਵਸਾਇਆ। ਉਹਦੇ ਵੱਲੋਂ ਲੰਘੇ ਕੱਲ੍ਹ ਇੱਕ ਅਵੱਲੀ ਗੱਲ ਕਹੀ ਗਈ ਹੈ, ਉਹਦੀ ਵੀਡੀਓ ਵਾਇਰਲ ਹੋਈ ਹੈ, ਕਿਉਂਕਿ ਜਿਹੜੇ ਭਾਰਤ ਦੇ ਵਿੱਚ ਬੈਠੇ ਹੋਏ ਆ ਆਪੇ ਬਣੇ ਸਵਾਮੀਆਂ ਦੇ ਵਿੱਚੋਂ ਕਈਆਂ ਦਾ ਦਿਮਾਗ ਹਿੱਲਿਆ ਹੋਇਆ, ਜਿਨ੍ਹਾਂ ਨੂੰ ਬਿਜਲੀਆਂ ਲਵਾਉਣ ਦੀ ਲੋੜ ਆ। ਸ਼ਾਇਦ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਰਹਿ ਰਹਿ ਕੇ ਦੁੱਖ ਵੀ ਹੁੰਦਾ, ਹਾਸਾ ਵੀ ਆਉਂਦਾ, ਤੇ ਲੋਕ ਸੋਚਦੇ ਬਸ ਇਹ ਨਮੂਨੇ ਇੱਥੇ ਹੀ ਜੰਮਣੇ ਸੀ। 2019 ਦੇ ਵਿੱਚ ਇਸ ਆਪੇ ਬਣੇ ਸਵਾਮੀ ਦੇ ਉੱਤੇ ਜਬਰ ਜਨਾਹ ਦੇ ਦੋਸ਼ ਲੱਗੇ, ਜਿਵੇਂ ਕਿ ਹੋਰ ਕਈ ਅਖੌਤੀ ਸੰਤਾਂ ਦੇ ਉੱਤੇ, ਕਈ ਹੋਰ ਅਖੌਤੀ ਸਵਾਮੀਆਂ ਦੇ ਉੱਤੇ ਲੱਗੇ। ਉਦੋਂ ਇਹ ਭਾਰਤ ਦੇ ਵਿੱਚੋਂ ਨਿਤਿਆਨੰਦ ਫਰਾਰ ਹੋ ਗਿਆ। ਇਹਨੇ ਆਪਦਾ ਇੱਕ ਵੱਖਰਾ ਆਈਲੈਂਡ ਵਸਾ ਲਿਆ, ਉਹਦਾ ਨਾਂ ਰੱਖਤਾ ਕੈਲਾਸ਼ਾ। ਇਹ ਕਹਿੰਦਾ ਜੀ ਕਿ ਮੇਰੀ ਇੱਥੇ ਆਪਦੀ ਕਰੰਸੀ ਚੱਲਿਆ ਕਰੂਗੀ, ਇੱਥੋਂ ਦਾ ਵੱਖਰਾ ਪਾਸਪੋਰਟ ਹੋਇਆ ਕਰੂਗਾ, ਇਹ ਮੇਰਾ ਦੇਸ਼ ਆ ਤੇ ਮੈਂ ਹੁਣ ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹਾਂ, ਰਾਸ਼ਟਰਪਤੀ ਵੀ ਮੈਂ ਹੀ ਹਾਂ, ਸਭ ਕੁਝ ਇੱਥੇ ਮੈਂ ਹੀ ਹੁੰਨਾ। ਪਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਇਹਦਾ ਇੱਕ ਭਗਤ ਪੁੱਛਦਾ, ਕਹਿੰਦਾ ਸਵਾਮੀ ਜੀ ਇਹ ਦੱਸੋ ਕਿ ਭਾਰਤ ਦੇ ਵਿੱਚੋਂ ਕਰੋਨਾ ਕਦੋਂ ਜਾਊਗਾ? ਤੇ ਇਹਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਜਦੋਂ ਭਾਰਤ ਦੇ ਵਿੱਚ ਮੈਂ ਚਲਾ ਗਿਆ ਨਾ, ਜਦੋਂ ਭਾਰਤ ਦੇ ਵਿੱਚ ਮੇਰਾ ਪੈਰ ਧਰਿਆ ਗਿਆ, ਕਰੋਨਾ ਨਾਲ ਦੀ ਨਾਲ ਹੀ ਫੁਰ ਹੋ ਜਾਣਾ। ਪਰ ਜਨਾਬ ਨੇ ਇਹ ਗੱਲ ਨਹੀਂ ਦੱਸੀ ਵੀ ਜਿਸ ਦਿਨ ਭਾਰਤ ਦੇ ਵਿੱਚ ਪੈਰ ਧਰਿਆ ਗਿਆ ਤੇ ਉਸ ਦਿਨ ਪੁਲਿਸ ਨੇ ਜਦੋਂ ਲੰਮਾ ਪਾ ਕੇ ਤੇ ਪਟਾ ਫੇਰਨਾ ਤੇ ਉਹਦਾ ਕੀ ਬਣੂਗਾ, ਕਿਉਂਕਿ ਜਬਰ ਜਨਾਹ ਦੇ ਦੋਸ਼ ਲੱਗੇ ਆ। ਇਸੇ ਚੱਕਰ ਤੋਂ ਬਚਣ ਦੇ ਲਈ, ਗ੍ਰਿਫਤਾਰੀ ਤੋਂ ਬਚਣ ਦੇ ਲਈ ਇਹ ਦੇਸ਼ ਦੇ ਵਿੱਚੋਂ ਭੱਜਿਆ। ਯਾਨੀ ਕਿ ਭਾਰਤ ਦੇ ਨਾਲ ਸੰਬੰਧਿਤ ਆਪੇ ਬਣੇ ਸਵਾਮੀਆਂ ਦਾ ਇੱਕ ਹਿੱਸਾ ਇਹੋ ਜਿਹੀਆਂ ਗੱਲਾਂ ਕਰਦਾ ਜਿਹਦੇ ਉੱਤੇ ਕੱਛਾਂ ਹੱਸਦੀਆਂ ਬੰਦਿਆਂ ਦੀਆਂ, ਵੀ ਲੋਕ ਦੁਨੀਆ ਭਰ ਦੇ ਵਿੱਚ ਵਸਦੇ ਸੋਚਦੇ ਆ ਵੀ ਇਹੋ ਜਿਹੇ ਨਮੂਨੇ ਭਾਰਤ ਦੇ ਵਿੱਚ ਹੀ ਕਿਉਂ ਪਾਏ ਜਾਂਦੇ ਆ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਖੇਤੀ ਕਾਨੂੰਨਾਂ ਨਾਲ ਸੰਬੰਧਿਤ। ਮੈਨੂੰ ਵਾਰ-ਵਾਰ ਇਸ ਗੱਲ ਦੇ ਉੱਤੇ ਦੁੱਖ ਹੁੰਦਾ, ਸਾਰਿਆਂ ਨੂੰ ਹੁੰਦਾ ਵੈਸੇ, ਕਿਉਂਕਿ ਜਦੋਂ ਕੋਈ ਨੀਤੀ ਆਯੋਗ ਦਾ ਮੈਂਬਰ ਬੋਲਦਾ ਉਹ ਕਹਿੰਦਾ ਜੀ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਹੁਣ ਲੰਘੇ ਕੱਲ੍ਹ ਖੇਤੀਬਾੜੀ ਮੰਤਰੀ ਜਿਹੜੇ ਕੇਂਦਰ ਦੇ ਨਰਿੰਦਰ ਸਿੰਘ ਤੋਮਰ, ਉਹਨਾਂ ਨੇ 2 ਟੁਕ ਜਵਾਬ ਦੇ ਦਿੱਤਾ, ਕਹਿੰਦੇ ਜੀ ਨਾ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ। ਜੇਕਰ ਕਿਸਾਨਾਂ ਨੇ ਕਿਸੇ ਕਿਸਮ ਦੀ ਕੋਈ ਹੋਰ ਗੱਲ ਕਰਨੀ ਆ ਤਾਂ ਦੱਸਣ ਆਪਾਂ ਕਦੋਂ ਗੱਲ ਕਰਨੀ ਆ। ਹੁਣ ਆਪਾਂ ਕੋਈ ਰਿਸ਼ਤੇਦਾਰੀ ਤਾਂ ਗੰਢਣੀ ਨਹੀਂ, ਆਪਾਂ ਕੋਈ ਰਿਸ਼ਤੇ ਦੀ ਗੱਲਬਾਤ ਤਾਂ ਅੱਗੇ ਵਧਾਉਣੀ ਨਹੀਂ। ਗੱਲ ਤਾਂ ਕਿਸਾਨ ਇਹੀ ਕਰਨਗੇ ਜਦੋਂ ਵੀ ਮੀਟਿੰਗ ਹੋਈ ਵੀ ਭਾਈ ਤਿੰਨੇ ਖੇਤੀ ਕਾਨੂੰਨ ਰੱਦ ਕਦੋਂ ਕਰਦੇ ਆ ਤੇ MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਕਦੋਂ ਦਿੰਦੇ ਆ। ਪਰ ਤੋਮਰ ਹੋਰੀ ਇਹ ਗੱਲ ਕਹਿੰਦੇ ਕਿ ਨਾ ਜੀ ਅਸੀਂ ਇਹ ਗੱਲ ਨਹੀਂ ਮੰਨਦੇਗੇ, ਕਿਉਂਕਿ ਅਸੀਂ ਤਾਂ ਖੇਤੀ ਕਾਨੂੰਨ ਪਹਿਲਾਂ ਹੀ ਬਹੁਤ ਵਧੀਆ ਬਣਾਏ ਆ, ਇਹ ਰੱਦ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਜੇਕਰ ਕਿਸਾਨਾਂ ਕੋਲੇ ਕੋਈ ਹੋਰ ਬਦਲ ਹੈ, ਜੇਕਰ ਇਹਨਾਂ ਦੇ ਕੋਲੇ ਕੋਈ ਹੋਰ ਵਿਕਲਪ ਹੈ ਤਾਂ ਸਾਡੇ ਨਾਲ ਉਹ ਗੱਲਬਾਤ ਕਰਨ ਵਾਸਤੇ ਅੱਗੇ ਆ ਜਾਣ। 35 ਕਿਲੋਮੀਟਰ ਪਿੱਛੇ ਬੈਠੇ ਕਿਸਾਨ ਇਸ ਵਕਤ ਬਾਰਡਰ ਤੋਂ, ਹਰ ਰੋਜ਼ BJP ਦੇ ਕਿਸੇ ਨਾ ਕਿਸੇ ਆਗੂ ਦੀ ਗੱਡੀ ਦੇ ਮੂਹਰੇ ਆਉਂਦੇ ਆ। ਇਸ ਤੋਂ ਅੱਗੇ ਉਹ ਕਦੋਂ ਆ ਜਾਣ ਤੇ ਕਿੱਥੇ ਆ ਜਾਣ, ਕਿਉਂਕਿ ਉਹ ਤਾਂ ਪੁੱਛਦੇ ਆ ਨੇਤਾ ਨੂੰ ਘੇਰਾ ਪਾ ਕੇ ਵੀ ਇਹ ਦੱਸੋ ਜੀ ਕਿ ਤਿੰਨੇ ਖੇਤੀ ਕਾਨੂੰਨ ਕਿਵੇਂ ਲਾਹੇਵੰਦ ਆ, ਸਾਡੀ ਆਮਦਨ ਦੁੱਗਣੀ ਕਿਵੇਂ ਹੋਊਗੀ, ਤੁਸੀਂ ਕਿਵੇਂ ਖੇਤੀਬਾੜੀ ਨੂੰ ਬਹੁਤ ਲਾਹੇਵੰਦੀ ਬਣ ਰਹੇ ਆ। ਉਦੋਂ ਇਹ ਭੱਜ ਜਾਂਦੇ ਆ ਪੁਲਿਸ ਦੇ ਆਸਰੇ, ਪਰ ਜਦੋਂ ਭੱਜ ਕੇ ਦੂਰ ਚਲੇ ਜਾਂਦੇ ਫਿਰ ਕਹਿੰਦੇ ਨੇ ਨਾ ਖੇਤੀ ਕਾਨੂੰਨ ਬਹੁਤ ਵਧੀਆ ਹਨ, ਇਹ ਕਿਸਾਨ ਤਾਂ ਗੁੰਮਰਾਹ ਕੀਤੇ ਗਏ ਹਨ। ਤੇ ਲੰਘੇ ਕੱਲ੍ਹ ਵੀ ਤੋਮਰ ਸਾਹਿਬ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ। ਯਾਨੀ ਕਿ ਲਗਭਗ 7 ਮਹੀਨੇ ਹੋ ਚੱਲੇ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਬੈਠਿਆਂ, ਪਰ ਇਹਨਾਂ ਦੇ ਕੱਢ ਦੇ ਉੱਤੇ ਜੂੰ ਤੱਕ ਨਹੀਂ ਸਰਕੀ। ਪੱਛਮੀ ਬੰਗਾਲ ਦੇ ਵਿੱਚ ਧੋਬੀ ਪਟਕਾ ਲੱਗ ਗਿਆ, UP ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਸੁਪੜਾ ਸਾਫ਼ ਹੋਣ ਵਾਲੀ ਗੱਲ ਹੋ ਗਈ। 5-6 ਸੂਬਿਆਂ ਦੇ ਵਿੱਚ 2022 ਦੇ ਵਿੱਚ ਚੋਣਾਂ ਹੋਣੀਆਂ ਹੁਣ ਤੋਂ 6-7 ਮਹੀਨਿਆਂ ਬਾਅਦ, ਪਰ ਇਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਹਾਲੇ ਵੀ ਸਾਡਾ ਕੀ ਬਣੂਗਾ। ਇਹ ਹਾਲੇ ਵੀ ਤਜਰਬੇ ਦੇ ਉੱਤੇ ਉਤਰੇ ਹੋਏ ਆ। ਪਰ ਕਿਸਾਨਾਂ ਨੇ ਵੀ ਕੱਲ੍ਹ 2 ਟੁਕ ਗੱਲ ਕਹਿਤੀ ਆ, ਉਹ ਕਹਿੰਦੇ ਮਰ ਕੇ ਜਾਵਾਂਗੇ ਜਾਂ ਫਿਰ ਜਿੱਤ ਕੇ ਜਾਵਾਂਗੇ। ਤੇ ਲੰਘੇ ਕੱਲ੍ਹ ਤੋਮਰ ਸਾਹਿਬ ਨੇ ਇੱਕ ਅਵੱਲੀ ਗੱਲ ਕਹਿਤੀ, ਕਹਿੰਦੇ ਸਾਡੀ ਕੇਂਦਰ ਦੀ ਸਰਕਾਰ ਨੇ ਜਿਹੜੀ ਫਸਲਾਂ ਦੀ MSP ਦੇ ਵਿੱਚ ਵਾਧਾ ਕੀਤਾ ਨਾ, ਇਹਦੇ ਨਾਲ ਕਿਸਾਨਾਂ ਨੂੰ ਆਰਥਿਕ ਤੌਰ ਦੇ ਉੱਤੇ ਬਹੁਤ ਵੱਡਾ ਹੁਲਾਰਾ ਮਿਲਣਾ।
ਤੇ MSP ਦੇ ਵਿੱਚ ਵਾਧਾ ਪਤਾ ਕਿੰਨਾ ਲਾਗੂ ਕੀਤਾ? 20 ਰੁਪਏ ਮੱਕੀ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਤੇ 72 ਰੁਪਏ ਝੋਨੇ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਤੇ ਪਿਛਲੇ 1.5 ਸਾਲ ਦੇ ਵਿੱਚ 15 ਰੁਪਏ ਤੋਂ ਵੱਧ ਲੀਟਰ ਦੀ ਕੀਮਤ ਡੀਜ਼ਲ ਦੀ ਵਧੀ ਆ। ਤੇ ਜੇਕਰ ਅਸੀਂ ਗੱਲ ਕਰਦੇ ਪੈਟਰੋਲ ਦੀ ਤੇ 22 ਤੋਂ ਲੈ ਕੇ 23 ਰੁਪਏ ਲੀਟਰ ਆ ਜਿਹੜਾ ਉਹ ਪੈਟਰੋਲ ਮਹਿੰਗਾ ਹੋ ਗਿਆ 1.5 ਵਰ੍ਹੇ ਦੇ ਵਿੱਚ। ਤੇ ਡੀਜ਼ਲ ਦੀ ਕੀਮਤ, ਪੈਟਰੋਲ ਦੀ ਕੀਮਤ ਕਿੱਥੇ ਪਹੁੰਚ ਗਈ ਲੀਟਰ ਦੇ ਪਿੱਛੇ? ਖਾਦਾਂ ਦੀ ਕੀਮਤ ਕਿੱਥੇ ਪਹੁੰਚ ਗਈ? ਬੀ ਕਿੱਥੋਂ ਕਿੱਥੇ ਪਹੁੰਚ ਗਿਆ? ਤੇ ਝੋਨੇ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਕੁਆਂਟਲ ਦੇ ਪਿੱਛੇ 72 ਰੁਪਏ। ਮੱਕੀ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਕੁਆਂਟਲ ਦੇ ਪਿੱਛੇ 20 ਰੁਪਏ। ਤੇ ਹਾਲੇ ਕਹਿੰਦੇ ਵੀ ਖੇਤੀਬਾੜੀ ਨੂੰ ਅਸੀਂ ਬਹੁਤ ਮਜ਼ਬੂਤ ਕਰ ਰਹੇ ਹਾਂ, ਮੋਦੀ ਸਰਕਾਰ ਫਿਕਰ ਬਹੁਤ ਕਰ ਰਹੀ ਹੈ। ਤੇ BJP ਦੇ ਨੇਤਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ 5 ਕਿੱਲੇ ਜ਼ਮੀਨ ਲੈ ਲਓ। ਸਾਡੇ ਵਿੱਚੋਂ ਬਹੁਤ ਸਾਰੇ ਕਿਸਾਨ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਵੀ ਅਸੀਂ ਠੇਕਾ ਵੀ ਨਹੀਂ ਲੈਂਦੇ। ਚਲੋ ਆਪਾਂ ਉਹ ਇੱਕ ਪਾਸੇ ਪੈਸੇ ਕੱਢ ਲਾਂਗੇ, ਪਰ ਤੁਸੀਂ ਇਹਦੇ ਵਿੱਚੋਂ ਦੁੱਗਣੀ ਆਮਦਨ ਪੈਦਾ ਕਰਕੇ ਦਿਖਾ ਦਿਓ। ਨਾਲੇ ਪਤਾ ਲੱਗੂਗਾ ਵੀ ਜੋ ਤੁਸੀਂ ਗੱਲ ਕਹਿੰਦੇ ਆ ਇਹ ਕੁਝ ਹੋ ਸਕਦਾ ਜਾਂ ਫਿਰ ਇਹ ਡਰਾਮੇਬਾਜ਼ੀਆਂ ਹੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਵਿਵਾਦਿਤ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਫਿਲਹਾਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੈ। ਕਈ ਗੇੜ ਦੀ ਮੁਲਾਕਾਤ ਤੋਂ ਬਾਅਦ ਵੀ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਕਿਸੇ ਠੋਸ ਨਤੀਜੇ ਦੇ ਉੱਤੇ ਨਹੀਂ ਪਹੁੰਚ ਸਕੀ। ਹੁਣ ਇੱਕ ਵਾਰ ਫਿਰ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਜਾਪਦੀ ਸੀ, ਪਰ ਸਰਕਾਰ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਕਿਸੇ ਵੀ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਨੂੰ ਤਿਆਰ ਹੈ। ਉਧਰ ਕਿਸਾਨ ਨੇਤਾਵਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਗੱਲਬਾਤ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਦੇ ਨਾਲ ਹੀ ਸੰਬੰਧਿਤ ਹੋਵੇਗੀ। ਉਹਨਾਂ ਕਿਹਾ ਕਿ ਉਹ ਸਿਰਫ ਤੁਹਾਡਾ ਹਾਲ ਚਾਲ ਪੁੱਛਣ ਵਾਸਤੇ ਗੱਲਬਾਤ ਲਈ ਨਹੀਂ ਅੱਗੇ ਆਉਣਗੇ। ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਕਿਹਾ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਹੀ ਹੋਵੇਗਾ, ਪਰ ਗੱਲਬਾਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਤੇ ਹੋਣੀ ਚਾਹੀਦੀ ਹੈ। ਦੱਸਣਾ ਬਣਦਾ ਹੈ ਕਿ ਮੰਗਲਵਾਰ ਨੂੰ ਵੀ ਤੇ ਬੁੱਧਵਾਰ ਨੂੰ ਵੀ ਖੇਤੀ ਮੰਤਰੀ ਤੋਮਰ ਨੇ ਕਿਹਾ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ ਤੇ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ। ਜੇਕਰ ਕਿਸਾਨ ਯੂਨੀਅਨਾਂ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਬਦਲਾਂ ਦੇ ਉੱਤੇ ਵਿਚਾਰ ਕਰਨ ਤਾਂ ਅਸੀਂ ਤਿਆਰ ਹਾਂ ਤੇ ਸਰਕਾਰ ਹਮੇਸ਼ਾ ਹੀ ਗੱਲਬਾਤ ਦੇ ਲਈ ਅੱਗੇ ਆਉਣ ਨੂੰ ਰੈਡੀ ਹੈ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਪੌਣੇ 7 ਮਹੀਨੇ ਤੋਂ ਚੱਲ ਰਿਹਾ। ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਅੜੇ ਹੋਏ ਨੇ। ਇਸ ਤੋਂ ਪਹਿਲਾਂ ਸਰਕਾਰ ਤੇ ਕਿਸਾਨਾਂ ਦਰਮਿਆਨ ਕਈ ਦੌਰ ਦੀ ਗੱਲਬਾਤ ਹੋਈ ਹੈ ਜੋ ਕਿਸੇ ਵੀ ਤਣ ਪੱਤਣ ਨਹੀਂ ਸੀ ਲੱਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸਾਨ ਇਸ ਦੇਸ਼ ਦੇ ਨਾਗਰਿਕ ਵੀ ਹੈ ਤੇ ਇਸ ਮਹਾਨ ਭਾਰਤ ਦੇ ਵੋਟਰ ਵੀ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਕਿਸਾਨਾਂ ਨੇ ਹੋ ਸਕਦਾ BJP ਨੂੰ ਵੀ ਵੋਟਾਂ ਪਾਈਆਂ ਹੋਣ, ਪਰ ਇਸ ਵਕਤ ਜਦੋਂ BJP ਦੇ ਵੱਲੋਂ ਹੀ ਕਿਸਾਨਾਂ ਨੂੰ ਦਰਕਨਾਰ ਕਰ ਦਿੱਤਾ ਗਿਆ ਤਾਂ ਫਿਰ ਕਿਸਾਨ ਵੀ ਇਹਨਾਂ ਦੇ ਪੱਖ ਦੇ ਵਿੱਚ ਕਿਉਂ ਭੁਗਤਣਗੇ? ਸਵਾਲ ਤਾਂ ਇਹ ਪੈਦਾ ਹੁੰਦਾ ਜਦੋਂ ਕਿਸਾਨਾਂ ਨੂੰ ਚੜਾਇਆ ਜਾਂਦਾ, ਤਪਿਆਂ ਨੂੰ ਤਪਾਇਆ ਜਾਂਦਾ ਤਾਂ ਉਸ ਵਕਤ ਕਿਸਾਨ ਇਹ ਵੀ ਗੱਲ ਕਹਿੰਦੇ ਵੀ ਅਸੀਂ ਆਰਜਾ ਪਾਰ ਦੀ ਜੰਗ ਕਰ ਵੀ ਰਹੇ ਤੇ ਭਵਿੱਖ ਦੇ ਵਿੱਚ ਵੀ ਕਰਦੇ ਰਵਾਂਗੇ। 43-44 ਡਿਗਰੀ ਇਸ ਵਕਤ ਦਿੱਲੀ ਦੇ ਬਾਰਡਰਾਂ ਦੇ ਉੱਤੇ ਟੈਂਪਰੇਚਰ ਹੈ। BJP ਦਾ ਕਿਹੜਾ ਨੇਤਾ ਜਿਹੜਾ 2 ਘੰਟੇ ਦੇ ਲਈ ਵੀ ਕਿਸੇ ਵੀ ਥਾਂ ਦੇ ਉੱਤੇ ਭਾਰਤ ਦੇ ਕਿਸੇ ਵੀ ਮਸਲੇ ਦੇ ਸੰਦਰਭ ਦੇ ਵਿੱਚ ਧਰਨੇ ਦੇ ਉੱਤੇ ਬੈਠ ਸਕਦਾ? ਇਹਦੇ ਬਾਰੇ ਉਹ ਸਾਹਮਣੇ ਆ ਕੇ ਉੱਤਰ ਦੇਣ। ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ, 7 ਮਹੀਨਿਆਂ ਦਾ ਸਮਾਂ ਹੋਣ ਵਾਲਾ, ਪਰ ਕੋਈ ਇੱਕ ਨੇਤਾ ਇਹੋ ਜਿਹਾ ਨਹੀਂ ਜਿਹੜਾ ਕਿਸਾਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਹਿ ਸਕੇ ਕਿ ਹਾਂ ਇਹ ਜਿਹੜੇ ਅਸੀਂ ਖੇਤੀ ਕਾਨੂੰਨ ਬਣਾਏ ਆ ਇਹ ਬਿਲਕੁਲ ਦਰੁਸਤ ਵੀ ਹੈਗੇ ਆ, ਇਹ ਤੁਹਾਡੀ ਆਮਦਨ ਦੁੱਗਣੀ ਕਰਨਗੇ। ਕੀ 72 ਰੁਪਏ ਕੁਇੰਟਲ ਝੋਨੇ ਦੀ ਕੀਮਤ ਦੇ ਵਿੱਚ ਵਾਧਾ ਕਰਨ ਦੇ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੁੰਦੀ ਹੈ? ਕੀ ਆਪਾਂ ਇਸ ਗੱਲ ਨੂੰ ਮੰਨੀਏ ਕਿ 72 ਰੁਪਏ ਦੀ ਹੀ ਮਹਿੰਗਾਈ ਹੋਈ ਹੈ ਪਿਛਲੇ 1 ਸਾਲ ਦੇ ਵਿੱਚ? ਜੇਕਰ ਪਿਛਲੇ ਸਾਲ ਦੇ ਨਾਲੋਂ 72 ਰੁਪਏ ਦੀ ਕੀਮਤ ਦੇ ਵਿੱਚ ਤੁਸੀਂ MSP ਦੇ ਵਿੱਚ ਵਾਧਾ ਕੀਤਾ ਝੋਨੇ ਦੇ ਤੇ 20 ਰੁਪਏ ਕੀਮਤ ਵਾਧਾ ਕੀਤਾ ਤੁਸੀਂ ਮੱਕੀ ਦੇ, ਬਾਕੀ ਵੀ ਕਿਸੇ ਫਸਲ ਦੇ ਵਿੱਚ ਤੁਸੀਂ ਕੀਤਾ 150 ਰੁਪਏ ਦਾ ਵਾਧਾ, ਕਿਸੇ ਦੇ ਵਿੱਚ ਕੀਤਾ 85 ਰੁਪਏ ਦਾ ਵਾਧਾ, ਕਿਸੇ ਪਾਸੇ ਕੀਤਾ ਤੁਸੀਂ 200 ਰੁਪਏ ਦਾ ਵਾਧਾ। ਕਿਸਾਨ ਕਿੰਨਾ ਟੁੱਟ ਚੁੱਕਿਆ ਤੇ BJP ਦਾ ਕਿਹੜਾ ਐਸਾ ਨੇਤਾ ਜਿਹੜਾ 2 ਕਿੱਲੇ 4 ਕਿੱਲੇ 5 ਕਿੱਲੇ 6 ਕਿੱਲੇ 10 ਕਿੱਲੇ ਜ਼ਮੀਨ ਲੈ ਕੇ ਤੇ ਬਾਅਦ ਦੇ ਵਿੱਚ ਆਮਦਨ ਦੁੱਗਣੀ ਕਰਕੇ ਦਿਖਾ ਦੇਵੇ ਤਾਂ ਅਸੀਂ ਤਾਂ ਮੰਨੀਏ। ਸੋ BJP ਦੇ ਨੇਤਾਵਾਂ ਨੂੰ ਇਸ ਗੱਲ ਦੇ ਉੱਤੇ ਪੂਰਾ ਇਲਮ ਨਹੀਂ ਕਿ ਕਿਸਾਨੀ ਇੱਦਾਂ ਬਚਦੀ ਨਹੀਂ। ਕਿਸਾਨ ਬਿਨਾਂ ਕਿਸੇ ਵਜ੍ਹਾ ਦੇ ਨਹੀਂ ਬੈਠੇ। ਕਿਸਾਨਾਂ ਨੂੰ ਆਪਦਾ ਭਵਿੱਖ ਸਤਾਉਂਦਾ, ਆਪਣੀ ਔਲਾਦ ਦੇ ਭਵਿੱਖ ਦਾ ਫਿਕਰ ਹੈ, ਇਸ ਕਰਕੇ ਉਹ ਬੈਠੇ ਹੋਏ ਆ। ਜਿਹੜੇ ਕਈ BJP ਦੇ ਨੇਤਾ ਗਮਲਿਆਂ ਦੇ ਵਿੱਚ ਮੂਲੀਆਂ ਲਾ ਕੇ ਇਹ ਗੱਲ ਸੋਚਦੇ ਹੋਣਗੇ ਕਿ ਨਹੀਂ ਇਹ ਮੋਦੀ ਸਰਕਾਰ ਨੇ ਤਾਂ ਚਮਤਕਾਰ ਕਰਤਾ, ਆਹ ਦੇਖੋ ਜੀ MSP ਦੇ ਵਿੱਚ ਫੇਰ ਵਾਧਾ ਕਰਤਾ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਜਿਵੇਂ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਵਾਧਾ ਹੋਇਆ, ਜਿਸ ਤਰੀਕੇ ਦੇ ਨਾਲ ਖਾਦਾਂ ਦੀ ਕੀਮਤ ਦੇ ਵਿੱਚ, ਬੀਜ ਦੀ ਕੀਮਤ ਦੇ ਵਿੱਚ ਵਾਧਾ ਹੋਇਆ, ਜਿਸ ਤਰੀਕੇ ਦੇ ਨਾਲ ਲਵਾਈ ਤੇ ਵਢਾਈ ਦੇ ਵਿੱਚ ਵਾਧਾ ਹੋਇਆ, ਜਿਸ ਤਰੀਕੇ ਦੇ ਨਾਲ ਜ਼ਮੀਨ ਦੇ ਠੇਕੇ ਦੇ ਵਿੱਚ ਵਾਧਾ ਹੋਇਆ, ਜਿਵੇਂ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਅਸੀਂ ਉਸੇ ਤਰਕ ਦੇ ਤੇ ਉਸੇ ਤਰਜ਼ ਦੇ ਆਧਾਰ ਦੇ ਉੱਤੇ ਫਸਲ ਦੀ ਕੀਮਤ ਦੇ ਵਿੱਚ ਵੀ ਵਾਧਾ ਕਰਦੇ ਹਾਂ। ਲਾਗਤ ਦੇ ਨਾਲੋਂ ਜੇਕਰ ਡੇਢੇ ਮੁੱਲ ਦੇ ਉੱਤੇ ਫਸਲ ਵਿਕੇ ਤਾਂ ਫਿਰ ਤਾਂ ਅਸੀਂ ਕਹੀਏ ਵੀ ਭਾਈ ਇਹਦੇ ਨਾਲ ਕੋਈ ਫਾਇਦਾ ਹੁੰਦਾ, ਪਰ ਤੁਸੀਂ 72 ਰੁਪਏ ਕੀਮਤ ਦੇ ਵਿੱਚ ਵਾਧਾ ਕਰਕੇ MSP ਦੇ ਵਿੱਚ ਇਹ ਗੱਲ ਕਹਿੰਦੇ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਅਸੀਂ ਵਚਨਬੱਧ ਹਾਂ ਤੇ ਅਸੀਂ ਕਰਕੇ ਦਿਖਾਤਾ। ਕਿਸਾਨ ਕਹਿੰਦੇ ਵੀ ਅਸੀਂ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ। ਜੇਕਰ ਤੁਸੀਂ ਸਾਡੀ ਗੱਲ ਮੰਨ ਕੇ ਨਹੀਂ ਰਾਜ਼ੀ ਤਾਂ ਅਸੀਂ ਵੀ ਤੁਹਾਡੇ ਪੁਚਲਾਵੇ ਦੇ ਵਿੱਚ ਨਹੀਂ ਆਉਂਦੇ। ਤੇ ਲੰਘੇ ਕੱਲ੍ਹ ਰਾਕੇਸ਼ ਟਕੈਤ ਹੋਰਾਂ ਦੀ ਮਮਤਾ ਬੈਨਰਜੀ ਦੇ ਨਾਲ ਮੁਲਾਕਾਤ ਹੋਈ ਹੈ।
ਮੁਲਾਕਾਤ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਉਹ ਕਹਿੰਦੇ ਮਮਤਾ ਬੈਨਰਜੀ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਵੀ ਭਵਿੱਖ ਦੇ ਵਿੱਚ ਵੀ ਤੁਹਾਡੇ ਨਾਲ ਆ ਤੇ ਅੱਜ ਵੀ ਤੁਹਾਡੇ ਨਾਲ ਆ ਤੇ ਅਤੀਤ ਦੇ ਵਿੱਚ ਵੀ ਤੁਹਾਡੇ ਨਾਲ ਸੀ। ਅਸੀਂ ਕਿਸਾਨੀ ਮਸਲੇ ਦੇ ਨਾਲ ਜੁੜੇ ਹੋਏ ਆ, ਕਿਸਾਨਾਂ ਦੇ ਨਾਲ ਉਹਨਾਂ ਚਿਰ ਖੜਾਂਗੇ ਜਿੰਨਾ ਚਿਰ ਇਹ ਜਿੱਤ ਕੇ ਘਰਾਂ ਨੂੰ ਵਾਪਸ ਨਹੀਂ ਜਾਂਦੇ। ਜੇਕਰ ਕਿਸੇ ਨੂੰ ਅਸੀਂ ਇਹ ਗੱਲ ਕਹੀਏ ਵੀ 100 ਰੁਪਈਆ ਉਧਾਰਾ ਦੇ ਦੇ, ਬੰਦਾ ਉਹਦੇ ਲਈ 100 ਵਾਰ ਸੋਚਦਾ, ਪਰ ਜੇਕਰ ਸੱਤਾਧਾਰੀ ਧਿਰ ਦੇ ਆਗੂ ਪੈਸੇ ਮੰਗਦੇ ਹੋਣ ਤਾਂ ਉਸ ਵਕਤ ਬੰਦਾ ਹੁੱਬ ਕੇ ਦਾਨ ਦਿੰਦਾ, ਇਹ ਗੱਲ ਸੋਚ ਕੇ ਦਿੰਦਾ ਵੀ ਚਲੋ ਆਪਾਂ ਵੀ ਇਹਨਾਂ ਤੋਂ ਕੋਈ ਨਾ ਕੋਈ ਕੰਮ ਲਵਾਂਗੇ। ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਦਾਨ ਕਰਨ ਵਾਲੇ ਲੋਕ ਹੁੰਦੇ ਆ, ਉਹ ਆਮ ਤੌਰ ਦੇ ਉੱਤੇ ਰੇਹੜੀ ਫੜੀ ਲਾਉਣ ਵਾਲੇ ਨਹੀਂ ਹੁੰਦੇ, ਉਹ ਸਧਾਰਨ ਕਿਸਾਨ ਮਜ਼ਦੂਰ ਬਿਲਕੁਲ ਨਹੀਂ ਹੁੰਦੇ, ਉਹ ਪੈੜ ਦੇ ਉੱਤੇ ਖੜੇ ਹੋਏ ਮਜ਼ਦੂਰ ਨਹੀਂ ਹੁੰਦੇ, ਉਹ ਸਰਮਾਏਦਾਰ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਹੁੰਦਾ ਵੀ ਜੇਕਰ ਅੱਜ 5 ਕਰੋੜ ਰੁਪਈਆ ਦੇਵਾਂਗੇ ਤੇ ਕੱਲ ਨੂੰ 50 ਕਰੋੜ ਰੁਪਈਏ ਦਾ ਕੰਮ ਵੀ ਲਵਾਂਗੇ, ਕੱਲ ਨੂੰ 100 ਕਰੋੜ ਰੁਪਈਏ ਦਾ ਫਾਇਦਾ ਵੀ ਚੱਕਾਂਗੇ। ਜਦੋਂ ਭਾਰਤ ਦੇ ਵਿੱਚ UPA ਦੀ ਸਰਕਾਰ ਸੀ ਉਦੋਂ ਸਭ ਤੋਂ ਵੱਧ ਦਾਨ ਉਹਨਾਂ ਨੂੰ ਮਿਲਦਾ ਸੀ। ਜਦੋਂ ਪੰਜਾਬ ਦੇ ਵਿੱਚ ਜਿਹੜੀ ਵੀ ਪਾਰਟੀ ਦਾ ਰਾਜ ਹੋ ਜਾਏ ਸਭ ਤੋਂ ਵੱਧ ਫੰਡ ਉਹਨਾਂ ਨੂੰ ਮਿਲਦਾ। ਹੁਣ ਭਾਰਤ ਦੇ ਵਿੱਚ BJP ਦੀ ਸਰਕਾਰ ਆ, ਇਸ ਕਰਕੇ ਪਿਛਲੇ 7 ਵਰ੍ਹਿਆਂ ਤੋਂ ਸਭ ਤੋਂ ਵੱਧ ਫੰਡ BJP ਨੂੰ ਮਿਲ ਰਿਹਾ ਤੇ ਇਹ ਜਿਹੜਾ ਫੰਡ ਆ ਇਹ ਕੋਈ ਪੋਲੇ ਪੈਰੀ ਨਹੀਂ ਮਿਲਦਾ, ਇਹ ਆਪਣੀਆਂ 100 ਕਿਸਮ ਦੀਆਂ ਗਰਜ਼ਾਂ ਨੂੰ ਪੂਰਾ ਕਰਨ ਦੇ ਲਈ ਮਿਲਦਾ। ਇਹ ਵੱਟੇ ਦੀ ਗੱਲ ਹੈ ਵੀ ਭਾਈ ਅਸੀਂ ਤੁਹਾਡੇ ਲਈ ਆਹ ਕਰਦੇ, ਤੁਸੀਂ ਸਾਡੇ ਲਈ ਆਹ ਕਰਦੇ ਆ। ਸਿਆਣੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਹਰ ਤੋਹਫੇ ਦੇ ਪਿੱਛੇ ਕੋਈ ਨਾ ਕੋਈ ਗਰਜ ਲੁਕੀ ਹੁੰਦੀ ਹੈ, ਪਰ ਇਹ ਤਾਂ ਤੋਹਫੇ ਵੀ ਬਹੁਤ ਮਹਿੰਗੇ ਆ, ਕਰੋੜਾਂ ਦੇ ਵਿੱਚ ਆ, ਅਰਬਾਂ ਰੁਪਈਏ ਦੇ ਵਿੱਚ ਹੁੰਦੇ ਆ। ਇਸ ਕਰਕੇ ਖਬਰ ਇਹ ਪ੍ਰਾਪਤ ਹੋਈ ਆ ਕਿ 2019 ਤੇ 2020 ਵਿੱਤੀ ਵਰ੍ਹੇ ਦੇ ਵਿੱਚ BJP ਪਹਿਲੇ ਨੰਬਰ ਦੇ ਉੱਤੇ ਆਈ ਆ ਫੰਡ ਇਕੱਤਰ ਕਰਨ ਦੇ ਮਾਮਲੇ ਦੇ ਵਿੱਚ। ਸਭ ਤੋਂ ਵੱਧ ਇਲੈਕਟਰੋਲ ਫੰਡ ਆ ਜਿਹੜਾ ਉਹ BJP ਨੂੰ ਪ੍ਰਾਪਤ ਹੋਇਆ। ਕੁੱਲ ਫੰਡ ਪ੍ਰਾਪਤ ਹੋਏ ਦਾ 80% ਹਿੱਸਾ BJP ਦੇ ਖਾਤੇ ਦੇ ਵਿੱਚ ਗਿਆ। ਬਾਕੀ ਸਾਰੀਆਂ ਪਾਰਟੀਆਂ ਨੂੰ ਝੁੰਗਾ ਜਿਹਾ ਮਿਲਿਆ, ਕਿਸੇ ਨੂੰ ਥੋੜ੍ਹੇ ਜਿਹੇ ਇੱਧਰ ਮਿਲ ਗਏ, 80 ਕਰੋੜ ਕਿਸੇ ਨੂੰ ਮਿਲ ਗਿਆ, 50 ਕਰੋੜ ਕਿਸੇ ਨੂੰ ਮਿਲ ਗਿਆ, 45 ਕਰੋੜ ਕਿਸੇ ਨੂੰ ਮਿਲ ਗਿਆ, ਪਰ ਸਭ ਤੋਂ ਵੱਧ ਰੁਪਈਏ ਜਿਹੜੇ ਉਹ BJP ਨੂੰ ਮਿਲੇ ਆ ਫੰਡ ਦੇ ਤੌਰ ਦੇ ਉੱਤੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਜਪਾ ਨੇ ਦਾਨ ਦੇ ਮਾਮਲੇ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਭਾਜਪਾ ਨੇ ਸਾਲ 2019-2020 ਦੇ ਵਿੱਚ ਇਲੈਕਟਰੋਲ ਫੰਡ ਦੇ ਰਾਹੀਂ 271 ਕਰੋੜ ਰੁਪਏ ਤੋਂ ਵੱਧ ਇਕੱਤਰ ਕੀਤੇ ਨੇ, ਜੋ ਕੁੱਲ ਫੰਡਾਂ ਦਾ 80% ਹਿੱਸਾ ਬਣਦਾ ਹੈ। ਇਹਦੇ ਵਿੱਚੋਂ ਏਅਰਟੈਲ ਗਰੁੱਪ ਤੇ DLF ਲਿਮਟਿਡ ਸਭ ਤੋਂ ਵੱਡੇ ਦਾਨੀ ਨੇ। ਵੱਖ-ਵੱਖ ਇਲੈਕਟਰੋਲ ਟਰਸਟ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਵਰ੍ਹੇ 2019-2020 ਦੇ ਵਿੱਚ ਭਾਜਪਾ ਨੂੰ ਕੁੱਲ 276 ਕਰੋੜ ਤੇ 45 ਲੱਖ ਰੁਪਏ ਦਾਨ ਮਿਲਿਆ। ਪ੍ਰੂਡੈਂਟ ਤੋਂ 271 ਕਰੋੜ ਤੇ 75 ਲੱਖ ਰੁਪਏ, ਜਨ ਕਲਿਆਣ ਇਲੈਕਟਰੋਲ ਟਰਸਟ ਤੋਂ 45 ਕਰੋੜ ਤੇ 95 ਲੱਖ ਰੁਪਏ, AB ਜਨਰਲ ਟਰਸਟ ਤੋਂ 9 ਕਰੋੜ ਰੁਪਏ ਤੇ ਸਮਾਜ ਇਲੈਕਟਰੋਲ ਟਰਸਟ ਤੋਂ 3 ਕਰੋੜ ਤੇ 75 ਲੱਖ ਰੁਪਏ ਮਿਲੇ ਨੇ। ਇਸ ਦੇ ਨਾਲ ਹੀ ਕਾਂਗਰਸ ਨੂੰ 58 ਕਰੋੜ ਰੁਪਏ ਦਾ ਦਾਨ ਮਿਲਿਆ। ਕਾਂਗਰਸ ਨੂੰ ਪ੍ਰੂਡੈਂਟ ਇਲੈਕਟਰੋਲ ਟਰਸਟ ਤੋਂ 31 ਕਰੋੜ ਰੁਪਇਆ, ਜਨ ਕਲਿਆਣ ਇਲੈਕਟਰੋਲ ਟਰਸਟ ਤੋਂ 25 ਕਰੋੜ ਤੇ ਸਮਾਜ ਇਲੈਕਟਰੋਲ ਟਰਸਟ ਤੋਂ 2 ਕਰੋੜ ਰੁਪਏ ਦਾ ਦਾਨ ਮਿਲਿਆ। ਹੁਣ ਤੱਕ ਚੋਣ ਕਮਿਸ਼ਨ ਦੇ ਵਿੱਚ ਦੇਸ਼ ਦੀਆਂ 35 ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੇ ਸਾਲ 2019-2020 ਦੇ ਲਈ ਆਪਣੀ ਆਡਿਟ ਰਿਪੋਰਟ ਦਿੱਤੀ ਹੈ। ਇਸ ਰਿਪੋਰਟ ਦੇ ਮੁਤਾਬਕ TRS ਨੇ ਸਭ ਤੋਂ ਵੱਧ 130 ਕਰੋੜ ਤੇ 46 ਲੱਖ ਰੁਪਏ ਦੀ ਫੰਡ ਪ੍ਰਾਪਤੀ ਦੱਸੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਨੂੰ ਵੀ 125 ਕਰੋੜ ਰੁਪਏ ਤੋਂ ਵੱਧ, YSRCP ਨੂੰ 92 ਕਰੋੜ ਤੇ 2 ਲੱਖ ਰੁਪਏ, BJD ਨੂੰ 90 ਕਰੋੜ ਤੇ 35 ਲੱਖ ਰੁਪਏ, DMK ਨੂੰ 64 ਕਰੋੜ ਤੇ 90 ਲੱਖ ਰੁਪਏ ਤੇ ਆਮ ਆਦਮੀ ਪਾਰਟੀ ਨੂੰ ਵੀ 49 ਕਰੋੜ ਰੁਪਏ ਤੋਂ ਵੱਧ ਦਾ ਫੰਡ ਮਿਲਿਆ। ਖੇਤਰੀ ਪਾਰਟੀਆਂ ਨੂੰ ਸਭ ਤੋਂ ਵੱਧ ਆਮਦਨ ਇਲੈਕਟਰੋਲ ਬੌਂਡਸ ਦੇ ਨਾਲ ਹੋਈ ਹੈ। ਇਸ ਰਾਹੀਂ TRS ਨੂੰ 99 ਕਰੋੜ ਤੇ 15 ਲੱਖ ਰੁਪਏ ਤੇ ਹੋਰ ਵੀ ਵੱਖ-ਵੱਖ ਪਾਰਟੀਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਦਾਨ ਪ੍ਰਾਪਤ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ, ਸਿਆਸੀ ਪਾਰਟੀਆਂ ਨੂੰ ਦਾਨ ਦੇਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੁੰਦੀ। ਮੇਰੇ ਕੁਝ ਕੁ ਸੱਜਣ ਨੇ ਉਹ ਇਹ ਗੱਲ ਦੱਸਦੇ ਆ ਕਿ ਅਸੀਂ ਫਲਾਣੀਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਦੇ ਮੌਕੇ ਇੰਨਾ ਫੰਡ ਦਿੱਤਾ, ਪਰ ਉਹ ਕੋਈ ਸਧਾਰਨ ਲੋਕ ਨਹੀਂ ਹੁੰਦੇ। ਉਹਨਾਂ ਦੇ ਵੱਲੋਂ ਇਹ ਫੰਡ ਇਸ ਕਰਕੇ ਦਿੱਤਾ ਜਾਂਦਾ ਜਿਹੜੇ ਕਿ ਇਹ ਚਾਹੁੰਦੇ ਜੀ ਕਿ ਬਾਅਦ ਦੇ ਵਿੱਚ ਸਾਡੇ ਕੰਮ ਵੀ ਹੁੰਦੇ ਰਹਿਣ ਤੇ ਭਾਰਤ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਜਿਹੜਾ ਕਿ ਬੇਹੱਦ ਦੁਖਦਾਈ ਪ੍ਰਤੀਤ ਹੁੰਦਾ। ਸੋ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇਸ ਵਕਤ ਭਾਰਤ ਦਾ ਕਿੰਨਾ ਕੁ ਪਾਰ ਉਤਾਰਾ ਕੀਤਾ ਜਾ ਰਿਹਾ, ਵੱਖ-ਵੱਖ ਸੂਬਿਆਂ ਦੇ ਵਿੱਚ ਵਿਕਾਸ ਦੇ ਕੰਮ ਕਿੰਨੇ ਕੁ ਹੁੰਦੇ ਆ। ਮੈਂ ਤਾਂ ਕਦੇ-ਕਦੇ ਇਸ ਗੱਲ ਦੇ ਉੱਤੇ ਹੈਰਾਨ ਹੁੰਦਾ, ਜਿਹੜਾ ਬੰਦਾ ਕਿਸੇ ਰਾਜਨੀਤਿਕ ਪਾਰਟੀ ਦੇ ਵਿਅਕਤੀ ਨੂੰ ਲੱਖ ਰੁਪਏ ਦਾ ਫੰਡ ਦਿੰਦਾ, ਉਹ ਬੰਦੇ ਨੂੰ ਜੇਕਰ ਇਹ ਗੱਲ ਕਹੀ ਜਾਵੇ ਵੀ ਤੇਰੀ ਗਲੀ ਦੇ ਮੂਹਰੇ, ਸਾਡੀ ਸਾਰਿਆਂ ਦੀ ਗਲੀ ਦੇ ਮੂਹਰੇ ਇੱਕ ਟੋਆ, ਇਹਦੇ ਉੱਤੇ 1000 ਰੁਪਇਆ ਲੱਗਣਾ, ਉਹ ਉੱਥੇ ਨਹੀਂ ਦੇਊਗਾ। ਉਹ ਕਹੂਗਾ ਜੀ ਇਹ ਤੁਹਾਡਾ ਸਾਰਿਆਂ ਦਾ ਕੰਮ ਆ, ਮੇਰਾ ਕੰਮ ਤਾਂ ਰਾਜਨੀਤਿਕ ਬੰਦੇ ਨੂੰ ਪੈਸੇ ਦੇਣਾ ਸੀ, ਕਿਉਂਕਿ ਬਾਅਦ ਦੇ ਵਿੱਚ ਬੰਦਾ ਬਣਾਉਣਾ ਤੇ ਛਡਾਉਣਾ ਵੀ ਹੁੰਦਾ। ਇਸ ਕਰਕੇ ਲੋਕ ਇਦਾਂ ਦੇ ਕੰਮ ਕਰਦੇ ਆ ਕਈ। ਤੇ ਜਿਹੜੇ ਵੱਡੇ ਵੱਡੇ ਘਰਾਣੇ ਆ ਉਹਨਾਂ ਨੂੰ ਪਤਾ ਹੁੰਦਾ ਜੀ ਕਿ ਜੇਕਰ ਅਸੀਂ ਨਾ ਫੰਡ ਦਿੱਤਾ ਫਲਾਣੀ ਸਿਆਸੀ ਪਾਰਟੀ ਨੂੰ ਤੇ ਸਰਕਾਰ ਉਹਨਾਂ ਦੀ ਹੈਗੀ ਆ, ਤਾਂ ਫਿਰ ਕਦੇ ਸਾਨੂੰ ਪ੍ਰਦੂਸ਼ਣ ਵਾਲਿਆਂ ਦਾ ਆ ਜਾਣਾ ਚੱਕਰ, ਫਿਰ ਕਦੇ ਸਾਨੂੰ ਸੀਵਰੇਜ ਵਾਲਿਆਂ ਦਾ ਸਮੱਸਿਆ ਆ ਜਾਣੀ ਆ, ਕਦੇ ਪਾਣੀ ਦੇ ਮਾਮਲੇ ਦੇ ਵਿੱਚ ਰੌਲਾ ਪੈ ਜਾਣਾ, ਕਦੇ ਕੋਈ ਹੋਰ ਵਿੱਚੋਂ ਗਿਣਤੀ ਦੀ ਗੱਲ ਆ ਜਾਣੀ ਆ। ਇਸ ਕਰਕੇ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਬਣਾ ਕੇ ਰੱਖਣ ਦੇ ਵਿੱਚ ਫਾਇਦਾ। ਇਹ ਭਾਰਤ ਹੈ, ਭਾਰਤ ਦੇ ਵਿੱਚ ਇਦਾਂ ਦਾ ਬਹੁਤ ਕੁਝ ਹੁੰਦਾ, ਕਈ ਕੁਝ ਪਾਰਦਰਸ਼ੀ ਹੋ ਜਾਂਦਾ, ਬਹੁਤਾ ਕੁਝ ਲੁਕਵੇਂ ਛਿਪਵੇਂ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਵੱਧਦਾ।
ਪੰਜਾਬ ਦੇ ਵਿੱਚ ਪਰਸੋਂ ਜਿਸ ਤਰੀਕੇ ਦੇ ਨਾਲ ਬੇਰੁਜ਼ਗਾਰ ਅਧਿਆਪਕਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਜਦੋਂ ਉਹ ਮੋਤੀ ਮਹਿਲ ਦਾ ਘਿਰਾਓ ਕਰਨ ਦੇ ਲਈ ਜਾ ਰਹੇ ਸੀ, ਉਹਨਾਂ ਖਬਰਾਂ ਨੂੰ ਪੜ੍ਹ ਕੇ, ਤਸਵੀਰਾਂ ਨੂੰ ਦੇਖ ਕੇ, ਕੁੜੀਆਂ ਚਿੜੀਆਂ ਨੂੰ ਜਦੋਂ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ ਜਾਂਦਾ ਤਾਂ ਬੇਹੱਦ ਦੁੱਖ ਹੋਇਆ। ਦੁੱਖ ਹੋਣਾ ਕੁਦਰਤੀ ਵੀ ਸੀ, ਕਿਉਂਕਿ ਅਸੀਂ ਅਧਿਆਪਕਾਂ ਦੀ ਕਦਰ ਕਰਨ ਵਾਲੇ ਹਾਂ, ਅਸੀਂ ਅਧਿਆਪਕਾਂ ਦਾ ਸਤਿਕਾਰ ਕਰਨ ਵਾਲੇ ਹਾਂ। ਪਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਜਿਹੜੀ ਚਰਨਜੀਤ ਭੁੱਲਰ ਦੀ ਹੈ। ਇਹਦੇ ਰਾਹੀਂ ਪਤਾ ਲੱਗਦਾ ਜੀ ਕਿ ਸਾਡੀਆਂ ਹਕੂਮਤਾਂ ਬੇਸ਼ੱਕ ਕੇਂਦਰੀ ਹੋਵੇ ਤੇ ਬੇਸ਼ੱਕ ਪੰਜਾਬ ਦੀ ਹੋਵੇ, ਉਹ ਬੇਰੁਜ਼ਗਾਰਾਂ ਦੇ ਪ੍ਰਤੀ, ਨੌਕਰੀ ਦੇ ਲਈ ਲਾਇਕ ਲੋਕਾਂ ਦੇ ਲਈ ਆਪਣੀ ਕਿਹੋ ਜਿਹੀ ਸੋਚ ਰੱਖਦੀਆਂ। ਕਿਉਂਕਿ ਸੁਰਿੰਦਰਪਾਲ ਨਾਂ ਦਾ ਇੱਕ ਨੌਜਵਾਨ ਆ ਜਿਹੜਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਿਆਨਪੁਰ ਦਾ ਰਹਿਣ ਵਾਲਾ, ਉਹ ਇਸ ਵਕਤ 80 ਦਿਨ ਤੋਂ, ਅੱਜ ਤਾਂ 81ਵਾਂ ਦਿਨ ਹੋ ਗਿਆ, ਉਹ 81 ਦਿਨ ਤੋਂ ਪਟਿਆਲੇ ਦੇ ਵਿੱਚ ਲੀਲਾ ਭਵਨ ਦੇ ਟਾਵਰ ਦੇ ਉੱਤੇ 260 ਫੁੱਟ ਉੱਚੇ ਟਾਵਰ ਦੇ ਉੱਤੇ ਬੈਠਾ। ਇਸ ਕਰਕੇ ਬੈਠਾ ਤਾਂ ਜੋ ਮੋਤੀ ਮਹਿਲ ਦੇ ਵਿੱਚ ਵਸਦੇ ਲੋਕਾਂ ਦੀ ਨਿਗਾਹ ਮੇਰੇ ਉੱਤੇ ਪੈ ਜੇ। ਉਹ ਇਸ ਕਰਕੇ ਬੈਠਾ ਵੀ ਕੀ ਪਤਾ ਇਹ ਸੋਚ ਹੀ ਲੈਣ, ਪੁੱਛ ਹੀ ਲੈਣ ਵੀ ਭਾਈ ਤੂੰ ਇੱਥੇ ਕਿਉਂ ਬੈਠਾ। ਤੇ ਮੈਂ ਇਹ ਗੱਲ ਕਹੂੰਗਾ ਵੀ ਮੈਂ ETT ਵੀ ਕੀਤੀ ਆ, ਮੈਂ B.Ed ਵੀ ਪਾਸ ਕੀਤੀ ਆ, ਮੈਂ ਇਸ ਵਕਤ ਟੈਟ ਦਾ ਟੈਸਟ ਵੀ ਪਾਸ ਕੀਤਾ, ਮੈਨੂੰ ਤੇ ਮੇਰੇ ਵਰਗਿਆਂ ਨੂੰ ਨੌਕਰੀ ਕਿਹੜੀ ਗੱਲੋਂ ਨਹੀਂ ਮਿਲਦੀ। ਉਹ ਕਹਿੰਦਾ ਜੀ ਮੈਨੂੰ ਮੋਤੀ ਮਹਿਲ ਦਾ ਕੱਲਾ ਦ੍ਰਿਸ਼ ਦਿਸਦਾ, ਪਰ ਮੋਤੀ ਮਹਿਲ ਵਾਲਿਆਂ ਨੂੰ ਮੈਂ ਪਿਛਲੇ 80 ਦਿਨਾਂ ਤੋਂ ਨਜ਼ਰ ਨਹੀਂ ਆਇਆ। 2000 ਘੰਟੇ ਉਹ ਕਹਿੰਦਾ ਮੈਨੂੰ ਪੂਰੇ ਹੋ ਚੱਲੇ ਆ ਇੱਥੇ ਬੈਠੇ ਨੂੰ ਟਾਵਰ ਦੇ ਉੱਤੇ। 43 ਡਿਗਰੀ ਲੰਘੇ ਕੱਲ ਪੰਜਾਬ ਦੇ ਵਿੱਚ ਟੈਂਪਰੇਚਰ ਰਿਹਾ। ਅਸੀਂ ਕਮਰੇ ਦੇ ਵਿੱਚ ਬੈਠ ਕੇ ਵੀ ਇਹ ਗੱਲ ਕਹਿੰਦੇ ਵੀ ਤਰੇਲਗਾ ਆ ਰਹੀਆਂ। AC ਕੰਮ ਨਹੀਂ ਕਰਦਾਗਾ ਜਦੋਂ ਇੰਨੀ ਗਰਮੀ ਹੋ ਜੇ। ਪਰ ਜਿਹੜਾ ਬੰਦਾ 260 ਫੁੱਟ ਉੱਚਾ ਬੈਠਾ, ਤਪਦੀ ਸਿਖਰ ਦੇ ਵਿੱਚ ਬੈਠਾ ਦੁਪਹਿਰ ਦੇ ਵਿੱਚ, ਤੇ ਉਹਦੇ ਸਿਰ ਦੇ ਉੱਤੇ ਜਦੋਂ ਸੂਰਜ ਦੀ ਟਿੱਕੀ 43 ਡਿਗਰੀ ਤਾਪਮਾਨ ਵੱਧਦਾ ਤਾਂ ਫਿਰ ਉਹ ਬੰਦੇ ਦੇ ਮਨ ਦੇ ਵਿੱਚ ਕੀ ਆਉਂਦਾ ਹੋਊਗਾ, ਸੋਚਣਾ ਔਖਾ ਨਹੀਂ। ਉਹਨੇ ਇਹ ਵੀ ਗੱਲ ਕਹੀ ਹੈ ਵੀ 2500 ਰੁਪਈਆ ਸਰਕਾਰ ਨੇ ਕਿਹਾ ਸੀਗਾ ਜੀ ਕਿ ਬੇਰੁਜ਼ਗਾਰੀ ਭੱਤਾ ਦੇਵਾਂਗੇ, ਪਰ ਇਸ ਹਿਸਾਬ ਦੇ ਨਾਲ ਵੀ ਮੇਰਾ ਪਿਛਲੇ 4.5 ਸਾਲ ਦੇ ਵਿੱਚ 1,35,000 ਰੁਪਈਆ ਸਰਕਾਰ ਦੇ ਵੱਲ ਹੋਇਆ ਪਿਆ। ਮੈਂ ਦਿਹਾੜੀ ਦੱਪਾ ਕਰਕੇ ਇੱਥੋਂ ਤੱਕ ਪਹੁੰਚਿਆ, ਮੈਂ ਡਿਗਰੀਆਂ ਕੀਤੀਆਂ ਲੋਕਾਂ ਤੋਂ ਕਰਜ਼ਾ ਚੁੱਕ ਕੇ, ਮੇਰਾ ਕਸੂਰ ਕੀ ਹੈ। ਤੇ ਇਹ ਇੱਕ ਸੁਰਿੰਦਰਪਾਲ ਦੀ ਗੱਲ ਨਹੀਂ ਹੈ, ਪੰਜਾਬ ਦੇ ਵਿੱਚ ਇਹੋ ਜਿਹੇ ਹਜ਼ਾਰਾਂ ਲੱਖਾਂ ਸੁਰਿੰਦਰਪਾਲ ਆ ਜਿਹੜੇ ਡਿਗਰੀਆਂ ਨੂੰ ਹਿੱਕ ਦੇ ਨਾਲ ਲਾਈ ਫਿਰਦੇ ਆ, ਪਰ ਉਹਨਾਂ ਦੀ ਪੁੱਛ ਪ੍ਰਤੀਤ ਕਰਨ ਵਾਲਾ ਕੋਈ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਦਾ ਇੱਕ ਸੱਚ ਸੁਰਿੰਦਰਪਾਲ ਹੈ। ਬਚਪਨ ਉਮਰੇ ਬਾਪ ਦੇ ਘੜੇੜੇ ਚੜ੍ਹਨ ਤੋਂ ਡਰਨ ਵਾਲਾ ਸੁਰਿੰਦਰਪਾਲ ਹੁਣ ਰੁਜ਼ਗਾਰ ਦੇ ਲਈ ਪਟਿਆਲੇ ਦੇ ਲੀਲਾ ਭਵਨ ਦੇ ਵਿੱਚ 260 ਫੁੱਟ ਉੱਚੇ ਮੋਬਾਈਲ ਟਾਵਰ ਦੇ ਉੱਤੇ 80 ਦਿਨ ਤੋਂ ਚੜ੍ਹਿਆ ਹੋਇਆ ਤਾਂ ਜੋ ਪੰਜਾਬ ਸਰਕਾਰ ਦੀ ਨਿਗਾਹ ਉਹਦੇ ਉੱਤੇ ਪੈ ਸਕੇ। ਉਸ ਨੇ ਟਾਵਰ ਦੇ ਉੱਤੇ ਲਗਭਗ 2000 ਘੰਟੇ ਹੁਣ ਤੱਕ ਗੁਜ਼ਾਰ ਦਿੱਤੇ ਨੇ। ਇਸ ਦੌਰਾਨ ਮੀਂਹ ਵੀ ਚੱਲਿਆ ਤੇ ਧੁੱਪਾਂ ਦਾ ਸੇਕ ਵੀ। ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦੇ ਸੁਰਿੰਦਰਪਾਲ ਦੀ ਦਾਸਤਾਨ ਸੁਣ ਕਰਨ ਵਾਲੀ ਹੈ। ETT ਟੈਟ ਪਾਸ ਇਹ ਦਲਿਤ ਮੁੰਡਾ ਹਰ ਜਮਾਤ ਪਹਿਲੇ ਦਰਜੇ ਦੇ ਵਿੱਚ ਪਾਸ ਹੈ। ਮੰਗ ਉਸ ਦੀ ਸਿਰਫ ਇੰਨੀ ਹੈ ਕਿ ਸਰਕਾਰ ਵੱਲੋਂ ETT ਟੈਟ ਪਾਸ 2364 ਅਧਿਆਪਕਾਂ ਦੀਆਂ ਪ੍ਰਕਾਸ਼ਿਤ ਅਸਾਮੀਆਂ ਦੇ ਵਿੱਚ ETT ਟੈਟ ਪਾਸ ਅਧਿਆਪਕਾਂ ਦੇ ਹੱਕ ਦੇ ਉੱਤੇ ਕੋਈ ਡਾਕਾ ਨਾ ਵੱਜੇ। 36 ਵਰ੍ਹਿਆਂ ਦਾ ਸੁਰਿੰਦਰਪਾਲ ਨੌਕਰੀ ਦੀ ਝਾਕ ਦੇ ਵਿੱਚ ਵਿਆਹੁਤਾ ਸਫ਼ਰ ਵੀ ਸ਼ੁਰੂ ਨਹੀਂ ਕਰ ਸਕਿਆ। ਪੈਰ ਤੇ ਜ਼ਿੰਦਗੀ ਉਸ ਨੂੰ ਸ਼ਰੀਕ ਬਣ ਕੇ ਟੱਕਰੀ ਹੈ, ਪਰ ਉਸ ਦੀ ਹਿੰਮਤ ਨੇ ਪਿੱਠ ਨਾ ਦਿਖਾਈ। ਮਾਂ ਦਾ ਦੇਹਾਂਤ ਹੋ ਗਿਆ ਤੇ 80 ਵਰ੍ਹਿਆਂ ਦਾ ਬਾਪ ਪਰਸਰਾਮ ਮਜ਼ਦੂਰੀ ਕਰਕੇ ਇਸ ਵਕਤ ਕੁੱਬ ਦੇ ਨਾਲ ਤੁਰ ਰਿਹਾ। ਉਸ ਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਤੇ ਹੋਰ ਮਦਦ ਲੈ ਕੇ ਡਿਗਰੀਆਂ ਕੀਤੀਆਂ ਨੇ, ਪਰ ਇਸ ਵਕਤ ਉਹਦੇ ਸੁਪਨੇ ਖੰਭ ਲਾ ਕੇ ਉੱਡਦੇ ਪ੍ਰਤੀਤ ਹੋ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਗੱਲ ਕਹੀ ਹੈ, ਇੱਕ ਸੁਰਿੰਦਰਪਾਲ ਨਹੀਂ, ਪਤਾ ਨਹੀਂ ਕਿੰਨੇ ਮੁੰਡੇ ਤੇ ਹੋਰ ਕੁੜੀਆਂ ਇਹੋ ਜਿਹੇ ਜਿਹੜੇ ਸੁਰਿੰਦਰਪਾਲ ਵਰਗੇ ਆ। ਪੰਜਾਬ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦੇ ਉੱਤੇ, ਪੂਰੇ ਦੇਸ਼ ਦੀ ਰਾਜਨੀਤੀ ਦੇ ਉੱਤੇ ਦੁੱਖ ਹੁੰਦਾ ਵੀ ਅਧਿਆਪਕ ਆ ਜਿਹੜਾ ਉਹ ਰਾਸ਼ਟਰ ਦਾ ਨਿਰਮਾਤਾ ਵੀ ਕਹਿੰਦੇ ਆ, ਤੇ ਸਭ ਤੋਂ ਵੱਧ ਕੁਟਾਪਾ ਵੀ ਇਸ ਵਕਤ ਅਧਿਆਪਕ ਦਾ ਹੁੰਦਾ। ਕੱਚੇ ਅਧਿਆਪਕ ਪੱਕੇ ਹੋਣ ਦੇ ਲਈ ਕੁੱਟ ਖਾਂਦੇ ਆ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਉਹ ਇਸ ਕਰਕੇ ਕੁੱਟ ਖਾਂਦੇ ਵੀ ਸਾਡੀ ਉਮਰ ਨਿਕਲ ਜਾਣੀ ਆ, ਫਿਰ ਕਹੋਗੇ ਜੀ ਤੁਸੀਂ ਓਵਰ ਏਜ ਹੋ ਗਏ ਆ। ਅਸੀਂ ਜਾਗੇ ਤਾਂ ਜਾਗੇ ਕਿਹੜੇ ਪਾਸੇ? ਅਸੀਂ ETT ਪਾਸ ਕੀਤੀ, ਅਸੀਂ ਟੈਟ ਦੇ ਟੈਸਟ ਪਾਸ ਕੀਤੇ, ਅਸੀਂ B.Ed ਕੀਤੀ। ਤੁਹਾਡੇ ਵੱਲੋਂ ਜੋ ਯੋਗਤਾ ਖੜੀ ਕੀਤੀ ਗਈ ਆ, ਅਸੀਂ ਉਹ ਸਾਰੀਆਂ ਡਿਗਰੀਆਂ ਹਿੱਕ ਦੇ ਨਾਲ ਲਾਈ ਫਿਰਦੇ ਆ। ਦੁੱਖ ਦੀ ਗੱਲ ਇਹ ਆ ਕਿ ਜਿਹਦੇ ਕੋਲੇ ਡਿਗਰੀ ਹੈ ਨਹੀਂ, ਜਿਹਦੀ ਡਿਗਰੀ ਨਹੀਂ ਲੱਭਦੀ, ਉਹ ਭਾਰਤ ਦੀ ਅਗਵਾਈ ਕਰਦੇ ਆ। ਜਿਨ੍ਹਾਂ ਦੇ ਕੋਲੇ ਡਿਗਰੀਆਂ ਹੈਗੀਆਂ ਉਹਨਾਂ ਨੂੰ ਨਗੂਣੀਆਂ ਜਿਹੀਆਂ ਤਨਖਾਹਾਂ ਵਾਲੀ ਨੌਕਰੀ ਵੀ ਨਹੀਂ ਮਿਲਦੀ। ਤੇ ਇਹ ਸੁਰਿੰਦਰਪਾਲ ਆ ਜਿਹੜੇ, ਇਹ ਜੇਕਰ ਬਾਹਰਲੇ ਮੁਲਕਾਂ ਨੂੰ ਨਾ ਭੱਜਣ ਤਾਂ ਇਹ ਹੋਰ ਕੀ ਕਰਨ? ਸਵਾਲ ਇਹ ਵੀ ਪੈਦਾ ਹੁੰਦਾ। ਸ਼ਾਇਦ ਇਹ ਵੀ ਸੁਰਿੰਦਰਪਾਲ ਟਾਵਰ ਤੋਂ ਉਤਰ ਕੇ ਤੇ ਬਾਹਰਲੇ ਮੁਲਕ ਦੇ ਵੱਲ ਭੱਜ ਜਾਂਦਾ, ਪਰ ਇਹਦੀ ਮਜਬੂਰੀ ਰਾਹ ਰੋਕੀ ਖੜੀ ਹੈ, ਕਿਉਂਕਿ ਜਿਹਦੇ ਕੋਲੇ ਇਸ ਵਕਤ ਹੋਰ ਕਾਰੋਬਾਰ ਕਰਨ ਦੇ ਲਈ ਚਾਰ ਛਿਲੜਦੇ, ਉਹ ਵਿਦੇਸ਼ ਵੱਲ ਜਾਣ ਦੇ ਲਈ 15-18 ਲੱਖ ਰੁਪਈਆ ਕਿਵੇਂ ਖਰਚ ਸਕਦਾ? ਅਸੀਂ ਇਹ ਨਹੀਂ ਕਹਿੰਦੇ ਕਿ ਵਿਦੇਸ਼ਾਂ ਦੇ ਵੱਲ ਜਾਓ, ਆਪਣੀ ਧਰਤੀ ਦੇ ਨਾਲ ਮੋਹ ਨਾ ਕਰੋ, ਪਰ ਮਜਬੂਰੀਆਂ ਰਾਹ ਰੋਕ ਖਲੋਂਦੀਆਂ। ਸਰਕਾਰਾਂ ਇਹ ਤਾਂ ਗੱਲ ਕਹਿਣਗੀਆਂ ਵੀ ਨੌਜਵਾਨ ਮੁੰਡੇ ਕੁੜੀਆਂ ਪਤਾ ਨਹੀਂ ਵਿਦੇਸ਼ਾਂ ਵੱਲ ਕਿਉਂ ਭੱਜਦੇ ਆ। ਅਸੀਂ ਤਾਂ ਧੰਨਵਾਦੀ ਹਾਂ ਵਿਦੇਸ਼ਾਂ ਦੀਆਂ ਸਰਕਾਰਾਂ ਦੇ, ਜਿਹੜੇ ਸਾਡੀ ਯੋਗਤਾ ਦੀ, ਸਾਡੀ ਕਦਰ ਤਾਂ ਕਰਦੇ ਆ, ਸਾਡੀ ਮੁੱਲ ਤਾਂ ਪਾਉਂਦੇ ਯੋਗਤਾ ਦੀ, ਕਾਬਲੀਅਤ ਦਾ। ਪਰ ਇੱਥੇ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਕਿੰਨਾ ਕੁ ਮੁੱਲ ਪੈਂਦਾ? ਆਉਂਦੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਸਵਾਲ ਪੁੱਛਣੇ ਬਣਦੇ ਆ, ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਕਿਉਂ ਨਾ ਹੋਵੇ।
ਅੱਖ ਦੇ ਵਿੱਚ ਅੱਖ ਪਾ ਕੇ ਗੱਲ ਜ਼ਰੂਰ ਕਰਨੀ ਬਣਦੀ ਆ ਵੀ ਤੁਸੀਂ ਘਰ ਘਰ ਰੁਜ਼ਗਾਰ ਕਿੰਨਾ ਕੁ ਦਿੱਤਾ, ਬੇਰੁਜ਼ਗਾਰੀ ਭੱਤਾ ਕਿੰਨਾ ਕੁ ਦਿੱਤਾ, ਤੁਸੀਂ ਇਸ ਵੇਲੇ ਤੱਕ ਕਿੰਨੇ ਕੁ ਲੋਕਾਂ ਦੇ ਮਸਲੇ ਹੱਲ ਕੀਤੇ ਆ, ਜਾਂ ਫਿਰ ਆਪਣੇ ਵਿਧਾਇਕਾਂ ਦੇ ਧੀਆਂ ਪੁੱਤਾਂ ਨੂੰ ਨੌਕਰੀ ਦੇਣ ਦੇ ਉੱਤੇ ਮਸਰੂਫ ਰਹੇ ਹੋ। ਸਾਡੇ ਬਾਰੇ ਵੀ ਕਦੇ ਖਿਆਲ ਕੀਤਾ? ਸਵਾਲ ਕਰਿਓ ਜਦੋਂ ਵੀ ਤੁਹਾਡੇ ਦਰ ਦੇ ਉੱਤੇ ਆਉਣ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।